ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ ਚੌਥਾ ਭਾਗ ਰਾਜਸੀ ਲਹਿਰਾਂ, ਮਾਰਕਸੀ, ਰਾਸ਼ਟਰੀ ਤੇ ਸੰਕੀਰਨ। ਕਾਂਡ 11 ਪਹਿਲਾ ਸੰਸਾਰ ਯੁੱਧ ਅਤੇ ਉਸ ਦੇ ਸਿੱਟੇ। ਸਿੱਖਾਂ ਦਾ 1914 ਤੋਂ 18 ਦੇ ਯੁੱਧ ਵਿੱਚ ਯੋਗਦਾਨ। 1857 ਦੇ ਵਿਦਰੋਹ ਤੋਂ ਪਿੱਛੋਂ ਸਿੱਖ ਅੰਗਰੇਜ਼ ਸੈਨਾ ਦਾ ਇੱਕ ਮਹੱਤਵਪੂਰਨ ਹਿੱਸਾ ਬਣੇ। ਜਦੋਂ ਜੰਗ ਛਿੜ ਗਈ ਤਾਂ ਸਿੱਖਾਂ ਦੀ ਭਰਤੀ ਬੜੀ ਤੇਜ਼ੀ ਨਾਲ ਕੀਤੀ ਗਈ। ਸਿੱਖਾਂ ਦੀ ਗਿਣਤੀ, ਜੋ 1915 ਦੇ ਸ਼ੁਰੂ ਵਿੱਚ 35,000 ਸੀ, ਜੰਗ ਦੇ ਖਾਤਮੇ ਤੱਕ 1 ਲੱਖ ਹੋ ਗਈ ਤੇ ਇਸ ਤਰ੍ਹਾਂ ਕਾਰਜਸ਼ੀਲ ਸੈਨਾ ਦਾ 1/5 ਹਿੱਸਾ ਬਣ ਗਈ। ਦੇਸ਼ੀ ਰਾਜਿਆਂ ਦੀਆਂ ਰਿਆਸਤਾਂ ਵਿੱਚੋਂ ਫੌਜੀ ਭਰਤੀ ਜ਼ਿਆਦਾ ਪ੍ਰਭਾਵਸ਼ਾਲੀ ਸੀ। ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਫਰੀਦਕੋਟ ਤੇ ਕਲਸੀਆਂ ਵਿੱਚੋਂ 60,000 ਫੌਜੀ ਭਰਤੀ ਕੀਤੇ ਗਏ ਤੇ ਇਹ ਭਰਤੀ ਕਿਸੇ ਵੀ ਬਰਤਾਨਵੀ ਜ਼ਿਲ੍ਹੇ ਨਾਲ ਮੁਕਾਬਲੇ ਵਿੱਚ ਸਭ ਤੋਂ ਅਧਿਕ ਤੇ ਕਿਸੇ ਹੋਰ ਸ਼ਾਹੀ ਰਿਆਸਤ ਦੇ ਟਾਕਰੇ ਤੋਂ ਚੌਗਣੀ ਸੀ। ਇਹ ਭਰਤੀ ਸਭ ਤੋਂ ਅਧਿਕ ਸੀ। ਮਹਾਰਾਜਾ ਪਟਿਆਲਾ, ਜੀਂਦ ਤੇ ਕਪੂਰਥਲਾ ਨੇ ਆਪਣੀਆਂ ਨਿੱਜੀ ਸੇਵਾਵਾਂ ਦੀ ਪੇਸ਼ਕਸ਼ ਵੀ ਕੀਤੀ ਤੇ ਦੂਸਰੇ ਰਾਜਿਆਂ ਨੇ ਨਗਦ ਰੁਪਏ ਤੇ ਸਾਜ਼ੋ ਸਮਾਨ ਨਾਲ ਸਹਾਇਤਾ ਕੀਤੀ। ਸਿੱਖ ਫੌਜੀ ਯੂਰਪ, ਤੁਰਕੀ ਤੇ ਅਫਰੀਕਾ ਵਿੱਚ ਜੰਗ ਦੇ ਸਭ ਮੁਹਾਜ਼ਾਂ ਤੇ ਲੜੇ ਤੇ ਆਪਣੀ ਵੀਰਤਾ ਨਾਲ ਆਪਣੀ ਕੌਮ ਦਾ ਮਾਣ ਵਧਾਇਆ। ਉੱਘੀ ਬਹਾਦਰੀ ਲਈ ਭਾਰਤੀਆਂ ਨੂੰ ਮਿਲੇ 22 ਸਨਮਾਨਾਂ ਵਿੱਚੋਂ 14 ਸਿੱਖਾਂ ਨੇ ਜਿੱਤੇ। ਪੰਜਾਬ ਦੇ ਸਰਕਾਰੀ ਬਿਰਤਾਂਤਕਾਰ ਨੇ ਜੰਗ ਵਿੱਚ ਸੇਵਾਵਾਂ ਤੇ ਯਤਨਾਂ ਦਾ ਉਲੇਖ ਕਰਦਿਆਂ ਲਿਖਿਆ ਹੈ, ਇਸ ਵਿੱਚ ਪੂਰਨ ਸੱਚਾਈ ਹੈ ਕਿ ਲਗਭਗ ਪ੍ਰਾਂਤ ਦੇ ਹਰ ਭਾਗ ਵਿੱਚੋਂ ਸਿੱਖ ਵੱਡੀ ਗਿਣਤੀ ਵਿੱਚ ਅੱਗੇ ਆਏ ਤੇ ਉਹਨਾਂ ਨੇ ਆਪਣਾ ਕੀਰਤੀਮਾਨ ਸਥਾਪਿਤ ਕੀਤਾ, ਜਿਸ ਵਿੱਚ ਕਿਸੇ ਪ੍ਰਕਾਰ ਦੀ ਟੀਕਾ ਟਿੱਪਣੀ ਤੇ ਆਲੋਚਨਾ ਦੀ ਗੁੰਜਾਇਸ਼ ਹੀ ਨਹੀਂ ਹੈ। ਜੰਗ ਦੇ ਸਿੱਟੇ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦਾ ਕਤਲੇਆਮ। ਕਿਉਂਕਿ ਸਿੱਖਾਂ ਨੇ ਜੰਗ ਵਿੱਚ ਫੌਜੀਆਂ ਤੇ ਸਾਜ਼ੋ ਸਮਾਨ ਨਾਲ ਭਾਰਤ ਦੇ ਕਿਸੇ ਹੋਰ ਫਿਰਕੇ ਦੇ ਮੁਕਾਬਲੇ ਵਧੇਰੇ ਯੋਗਦਾਨ ਪਾਇਆ ਸੀ, ਇਸ ਲਈ ਇਹ ਹੈਰਾਨੀ ਵਾਲੀ ਗੱਲ ਬਿਲਕੁਲ ਨਹੀਂ ਸੀ ਜੇ ਉਹਨਾਂ ਨੇ ਇਤਿਹਾਦੀਆਂ ਦੇ ਜਿੱਤ ਵਿੱਚ ਆਪਣੀ ਭੂਮਿਕਾ ਨੂੰ ਬਹੁਤ ਜ਼ਿਆਦਾ ਵਧਾ ਕੇ ਵੇਖਿਆ ਤੇ ਉਹ ਇਹਨਾਂ ਸੇਵਾਵਾਂ ਬਦਲੇ ਖਾਸ ਰਿਆਇਤਾਂ ਤੇ ਇਨਾਮ ਦੀ ਉਮੀਦ ਵੀ ਕਰਨ ਲੱਗੇ। ਪਰੰਤੂ ਉਹਨਾਂ ਨੂੰ ਇਹ ਵੇਖ ਕੇ ਦੁੱਖ ਹੋਇਆ ਕਿ ਸਥਾਨਕ ਕਰਮਚਾਰੀ ਤੇ ਪੁਲਿਸ ਉਹਨਾਂ ਨੂੰ ਵੀਰ ਨਾਇਕ ਸਮਝਣ ਦੀ ਥਾਂ ਤੇ ਉਹਨਾਂ ਨਾਲ ਪਹਿਲਾਂ ਵਾਂਗ ਹੀ ਆਮ ਪੇਂਡੂ ਗਵਾਰ ਸਮਝ ਕੇ ਸਲੂਕ ਕਰਦੀ ਰਹੀ। ਉਹਨਾਂ ਨੇ ਪਹਿਲੀ ਵਾਰ ਕੈਨੇਡਾ ਤੇ ਅਮਰੀਕਾ ਦੇ ਗੋਰਿਆਂ ਹੱਥੋਂ ਸਿੱਖ ਪ੍ਰਵਾਸੀਆਂ ਦੇ ਅਪਮਾਨ ਦੀ ਤੇ ਗਦਰੀਆਂ ਦੀ ਬਗਾਵਤਾਂ ਦੀ ਅਤੇ ਘਿਨਾਉਣੀਆਂ ਸਾਜ਼ਿਸ਼ਾਂ ਦੇ ਮੁਕੱਦਮਿਆਂ, ਫਾਂਸੀਆਂ, ਦੇਸ਼ ਨਿਕਾਲੇ ਤੇ ਪਿੰਡਾਂ ਵਿੱਚ ਲਗਭਗ ਆਪਣੇ 5,000 ਗਦਰੀ ਸਹਿ ਧਰਮੀਆਂ ਦੀ ਪੂਰੀ ਕਹਾਣੀ ਸੁਣੀ। ਉਹਨਾਂ ਦੇ ਪੇਂਡੂ ਸਾਥੀਆਂ ਨੇ ਹਾਕਮਾਂ ਹੱਥੋਂ ਉਹਨਾਂ ਉੱਪਰ ਸਖਤੀਆਂ ਬਾਰੇ ਵੀ ਦੱਸਿਆ। ਉਹਨਾਂ ਨੂੰ ਉਸ ਪੂਰਤੀ ਵਿਧੀ ਦੀ ਜਾਣਕਾਰੀ ਵੀ ਦਿੱਤੀ ਗਈ ਜਿਸ ਰਾਹੀਂ ਹਰ ਪਿੰਡ ਨੂੰ ਖਾਸ ਗਿਣਤੀ ਦੇ ਰੰਗਰੂਟ ਜ਼ਬਰੀ ਭਰਤੀ ਕਰਾਉਣ ਦੇ ਹੁਕਮ ਦਿੱਤੇ ਗਏ ਤੇ ਉਸ ਜ਼ਿਆਦਤੀ ਬਾਰੇ ਵੀ ਦੱਸਿਆ ਗਿਆ ਜੋ ਮਾਈਕਲ ਸਹਾਇਤਾ ਇਕੱਠੀ ਕਰਨ ਲਈ ਕੀਤੀ ਗਈ। ਕੁਝ ਦੂਸਰੇ ਕਾਰਨਾਂ ਨੇ ਧੁਖਰੀ ਅੱਗ ਨੂੰ ਹੋਰ ਹਵਾ ਦਿੱਤੀ। ਗਰਮੀ ਰੁੱਤ ਦੀ ਬਾਰਿਸ਼ ਨਾ ਹੋਈ ਤੇ ਰੱਬੀ ਸਿਆਲੂ ਫਸਲ ਬੜੀ ਘੱਟ ਹੋਈ। ਰਹਿਣ ਸਹਿਣ ਦਾ ਖਰਚ ਪਹਿਲਾਂ ਨਾਲੋਂ ਵੀ ਵੱਧ ਗਿਆ। ਸ਼ਹਿਰੀ ਵਸੋਂ ਨੂੰ ਆਮਦਨ ਕਰ ਲਾਏ ਜਾਣ ਕਾਰਨ ਹੋਰ ਸੱਟ ਝੱਲਣੀ ਪਈ, ਕਿਉਂਕਿ ਇਹ ਵਾਧਾ ਕਈ ਹਾਲਤਾਂ ਵਿੱਚ 100% ਤੋਂ 200% ਹੋ ਗਿਆ। ਸਭ ਤੋਂ ਵੱਡੀ ਗੱਲ ਕਿ ਸਾਰੇ ਮੁਲਕ ਵਿੱਚ ਇਨਫਲੂਐਂਜ਼ਾ ਦੀ ਮਹਾਮਾਰੀ ਫੈਲ ਗਈ, ਜਿਸ ਨੇ ਭਾਰੀ ਜਾਨੀ ਨੁਕਸਾਨ ਕੀਤਾ। 1918 ਦੇ ਅੰਤ ਤੱਕ 1 ਲੱਖ ਤੋਂ ਵੱਧ ਪੰਜਾਬੀ ਫਲੂ ਦਾ ਸ਼ਿਕਾਰ ਹੋ ਗਏ। ਪ੍ਰਾਂਤ ਵਿੱਚ ਨਾਰਾਜ਼ਤਾ ਤੇ ਉਪਰਾਮਤਾ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਲੋਕਾਂ ਨੂੰ ਆਪਣੇ ਕਸ਼ਟਾਂ ਨੂੰ ਸਹਿਣ ਤੇ ਸ਼ਾਂਤ ਕਰਨ ਲਈ ਸਹਾਇਤਾ ਤੇ ਭਰੋਸੇ ਦੀ ਮਰਹਮ ਦੀ ਲੋੜ ਸੀ, ਸਰਕਾਰ ਨੇ ਉਹਨਾਂ ਦੇ ਜ਼ਖਮਾਂ ਤੇ ਲੂਣ ਘਸਾ ਦਿੱਤਾ। ਜੰਗ ਸਮੇਂ ਸਖਤੀ ਦੇ ਲਾਗੂ ਕੀਤੇ ਕਦਮ ਹਟਾਏ ਨਾ ਗਏ, ਸਗੋਂ ਹੋਰ ਸਖਤ ਕਿਸਮ ਦੇ ਕਾਨੂੰਨ ਲਾਗੂ ਕਰਨ ਦੀ ਵਿਉਂਤ ਕੀਤੀ ਗਈ। ਪੰਜਾਬ ਦਾ ਗਵਰਨਰ ਸਰ ਮਾਈਕਲ ਉਡਵਾਇਰ ਸਵਰਾਜ ਦੇ ਖਿਆਲ ਨੂੰ ਸ਼ਹਿਰੀ ਬਾਬੂਆਂ ਤੇ ਵਕੀਲਾਂ ਦੇ ਦਿਮਾਗ ਦੀ ਊਟ ਪਟਾਂਗ ਕਲਪਨਾ ਸਮਝ ਕੇ ਮਖੌਲ ਉਡਾਉਂਦਾ ਸੀ। ਉਸਨੇ ਕੌਮੀ ਨੇਤਾਵਾਂ ਦਾ ਪ੍ਰਾਂਤ ਵਿੱਚ ਦਾਖਲਾ ਬੰਦ ਕਰ ਦਿੱਤਾ ਤੇ ਕ੍ਰਾਂਤੀਕਾਰੀਆਂ ਦੇ ਅਪਰਾਧਾਂ ਦੇ ਟਾਕਰਾ ਕਰਨ ਲਈ ਵਿਚਾਰੇ ਗਏ ਰੌਲਟ ਬਿੱਲਾਂ ਵਿਰੁੱਧ ਅੰਦੋਲਨ ਨੂੰ ਕੁਚਲਣ ਲਈ ਸਖਤ ਕਦਮ ਉਠਾਏ। ਜਿਹੜੀਆਂ ਤਬਦੀਲੀਆਂ ਉਸਨੇ ਤਜਵੀਜ਼ ਕੀਤੀਆਂ, ਉਹਨਾਂ ਵਿਰੁੱਧ ਨਾ ਵਕੀਲ, ਨਾ ਦਲੀਲ, ਨਾ ਅਪੀਲ ਹੋ ਸਕਦੀ ਸੀ। ਫਿਰ ਵੀ ਮਾਰਚ ਵਿੱਚ ਇਹ ਬਿੱਲ ਕਾਨੂੰਨ ਬਣ ਗਏ। ਮਹਾਤਮਾ ਗਾਂਧੀ, ਜੋ ਰੌਲਟ ਬਿੱਲਾਂ ਵਿਰੁੱਧ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ, ਉਸਨੇ ਇਹਨਾਂ ਦਾ ਲੋਕਾਂ ਵੱਲੋਂ ਵਿਰੋਧ ਪ੍ਰਗਟ ਕੀਤੇ ਜਾਣ ਲਈ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ
ਕਈ ਥਾਈਂ ਫਸਾਦ ਹੋਏ ਤੇ ਪੁਲਿਸ ਗੋਲੀ ਚਲਾਉਣ ਨਾਲ ਕਈ ਮੌਤਾਂ ਹੋਈਆਂ। ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਵਿੱਚ ਵਿਰੋਧ ਬੜੇ ਸ਼ਾਂਤਮਈ ਤੇ ਅਨੁਸ਼ਾਸਨੀ ਢੰਗ ਨਾਲ ਕੀਤਾ ਗਿਆ, ਪਰ ਪੁਲਿਸ ਨੇ ਬੇਸਮਝੀ ਨਾਲ ਸਥਿਤੀ ਵਿਗਾੜ ਦਿੱਤੀ। ਅੰਮ੍ਰਿਤਸਰ ਵਿੱਚ ਡਾਕਟਰ ਸੈਫੂਦੀਨ ਕਿਚਲੂ ਤੇ ਸੱਤਿਆਪਾਲ ਨੂੰ, ਜੋ ਹਿੰਦੂ ਮੁਸਲਿਮ ਏਕਤਾ ਲਈ ਬੜੀ ਸਫਲਤਾ ਨਾਲ ਵਿਖਾਵੇ ਦਾ ਪ੍ਰਬੰਧ ਕਰ ਰਹੇ ਸਨ, ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਫੁਰਤੀ ਨਾਲ ਧਰਮਸ਼ਾਲਾ ਪਹੁੰਚਾ ਦਿੱਤਾ। ਉਹਨਾਂ ਦੀ ਜਲਾਵਤਨੀ ਦੀ ਖਬਰ ਸ਼ਹਿਰ ਵਿੱਚ ਫੈਲ ਗਈ ਤੇ ਸ਼ਹਿਰੀਆਂ ਦਾ ਹਜੂਮ ਵਿਰੋਧ ਪ੍ਰਗਟ ਕਰਨ ਲਈ ਡਿਪਟੀ ਕਮਿਸ਼ਨਰ ਦੇ ਬੰਗਲੇ ਵੱਲ ਤੁਰ ਪਿਆ। ਪੁਲਿਸ ਨੇ ਉਸ ਨੂੰ ਰਾਹ ਵਿੱਚ ਰੋਕ ਲਿਆ, ਉਹਨਾਂ ਨੂੰ ਖਿਡਾਉਣ ਦੀ ਕੋਸ਼ਿਸ਼ ਕੀਤੀ। ਅੱਧੀ ਦਰਜਨ ਲੋਕ ਮਾਰ ਦਿੱਤੇ ਗਏ ਤੇ 30 ਤੋਂ ਵੱਧ ਜ਼ਖਮੀ ਕਰ ਦਿੱਤੇ। ਭੀੜ ਬੇਕਾਬੂ ਹੋ ਗਈ ਤੇ ਗੋਰਿਆਂ ਤੇ ਹਮਲੇ ਕਰਨ ਲੱਗੀ। ਇਸ ਨੇ ਅੰਗਰੇਜ਼ ਮਾਲਕਾਂ ਦੀਆਂ ਬੈਂਕ, ਇੱਕ ਚਰਚ ਤੇ ਕ੍ਰਿਸਚੀਅਨ ਰਿਲੀਜੀਅਸ ਟੈਕਸਟ ਬੁੱਕ ਸੁਸਾਇਟੀ ਦੇ ਦਫ਼ਤਰਾਂ, ਤਾਰ ਘਰ ਤੇ ਟਾਊਨ ਹਾਲ ਨੂੰ ਅੱਗ ਲਾ ਦਿੱਤੀ। ਇਸ ਬਲਵੇ ਵਿੱਚ 5 ਅੰਗਰੇਜ਼ ਮਾਰੇ ਗਏ ਤੇ ਇੱਕ ਅੰਗਰੇਜ਼ ਪਾਦਰੀ ਤੇ ਹਮਲਾ ਕੀਤਾ ਗਿਆ। ਡਿਪਟੀ ਕਮਿਸ਼ਨਰ ਦੀ ਬੇਵਕੂਫੀ ਨੇ ਭਿਆਨਕ ਨਸਲੀ ਹਿੰਸਾ ਨੂੰ ਜਨਮ ਦਿੱਤਾ। ਜਲੰਧਰ ਤੋਂ ਬ੍ਰਿਗੇਡੀਅਰ ਜਨਰਲ REH ਡਾਇਰ ਫੌਜ ਤੇ ਜਰਾਬ ਕਤਰ ਗੱਡੀਆਂ ਲੈ ਕੇ ਪਹੁੰਚ ਗਿਆ। ਅਗਲੀ ਸਵੇਰ ਉਸਨੇ ਬਾਜ਼ਾਰ ਵਿੱਚੋਂ ਦੀ ਫੌਜਾਂ ਦਾ ਮਾਰਚ ਕਰਵਾਇਆ ਤੇ ਉਸ ਦਾ ਸਵਾਗਤ ਹਿੰਦੂ ਮੁਸਲਮਾਨ ਭਾਈ ਭਾਈ ਤੇ ਗਾਂਧੀ ਕੀ ਜੈ ਦੇ ਨਾਅਰਿਆਂ ਨਾਲ ਹੋਇਆ। ਸ਼ਾਮ ਵੇਲੇ ਉਸ ਨੂੰ ਟੈਲੀਗ੍ਰਾਫ ਦੀਆਂ ਤਾਰਾਂ ਦੇ ਰੇਲਵੇ ਪਟੜੀ ਨੂੰ ਜੋੜਨ ਵਾਲੀਆਂ ਪਲੇਟਾਂ ਉਖਾੜੇ ਜਾਣ ਜਿਹੀ ਤਬਾਹਕਾਰੀ ਕਾਰਵਾਈ ਦੀ ਜਾਣਕਾਰੀ ਮਿਲੀ। ਜਨਰਲ ਨੇ ਸੰਕਟ ਸਥਿਤੀ ਦਾ ਐਲਾਨ ਕਰ ਦਿੱਤਾ ਤੇ ਸਭ ਜਲਸੇ ਜਲੂਸ ਗੈਰ ਕਾਨੂੰਨੀ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਸਥਾਨਕ ਕਾਂਗਰਸ ਨੇ ਪਹਿਲਾਂ ਹੀ ਜਲਿਆਂਵਾਲਾ ਬਾਗ ਵਿੱਚ ਵਿਸਾਖੀ ਮੇਲੇ ਕਰਕੇ ਜਲਸੇ ਦਾ ਐਲਾਨ ਕੀਤਾ ਹੋਇਆ ਸੀ। ਸਿੱਖ ਸਵੇਰ ਤੋਂ ਹੀ, ਜਿਨ੍ਹਾਂ ਲਈ ਵਿਸਾਖੀ ਖਾਲਸੇ ਦਾ ਜਨਮ ਦਿਹਾੜਾ ਵੀ ਸੀ, ਸਵਰਨ ਮੰਦਰ ਪਹੁੰਚਣੇ ਸ਼ੁਰੂ ਹੋ ਗਏ ਸਨ। ਜਿਹੜੇ ਬਾਹਰੋਂ ਪਿੰਡਾਂ ਤੋਂ ਆਏ ਸਨ ਤੇ ਜਿਨ੍ਹਾਂ ਨੂੰ ਐਲਾਨ ਬਾਰੇ ਕੋਈ ਪਤਾ ਨਹੀਂ ਸੀ, ਉਹ ਆਪਣਾ ਸਮਾਂ ਲੰਘਾਉਣ ਲਈ ਜਲਿਆਂਵਾਲੇ ਬਾਗ ਵਿੱਚ ਦਿਨ ਢਲਦੇ ਦੀ ਉਡੀਕ ਕਰਨ ਲਈ ਚਲੇ ਗਏ। ਸਥਾਨਕ ਕਾਂਗਰਸ ਨੇਤਾਵਾਂ ਨੇ ਇਸ ਮੌਕੇ ਦਾ ਫਾਇਦਾ ਉਠਾ ਕੇ ਪਿਛਲੇ ਦਿਨ ਦੀਆਂ ਘਟਨਾਵਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਪੇਂਡੂ ਸਿੱਖਾਂ ਲਈ ਤਾਂ ਇਹ ਇੱਕ ਹੋਰ ਤਮਾਸ਼ਾ ਸੀ। ਜਿਉਂ ਹੀ ਜਨਰਲ ਡਾਇਰ ਨੂੰ ਜਲਸੇ ਦਾ ਪਤਾ ਲੱਗਾ, ਉਹ ਪਿਆਦਾ ਪਲਟਨ ਲੈ ਕੇ ਜਲਿਆਂਵਾਲਾ ਬਾਗ ਵੱਲ ਚੱਲ ਪਿਆ। ਉਸਨੇ ਬਾਗ ਨੂੰ ਜਾਣ ਤੇ ਬਾਹਰ ਆਉਣ ਵਾਲਾ ਇੱਕੋ ਇੱਕ ਰਾਹ ਰੋਕ ਲਿਆ ਤੇ ਲੋਕਾਂ ਨੂੰ ਖਿੰਡ ਜਾਣ ਦੀ ਇਤਲਾਹ ਦਿੱਤੇ ਬਗੈਰ ਹੀ ਗੋਲੀ ਚਲਾ ਦਿੱਤੀ। ਉਸਨੇ 379 ਆਦਮੀ ਮਾਰ ਦਿੱਤੇ ਤੇ 2000 ਜ਼ਖਮੀ ਕਰ ਦਿੱਤੇ। ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਤੇ ਮਰਿਆਂ ਕੋਲ ਮਰੇ ਹੋਏ ਛੱਡ ਕੇ ਬਿਨਾਂ ਕਿਸੇ ਸਹਾਇਤਾ ਦੀ ਸੰਭਾਵਨਾ ਦੇ ਉਹ ਆਪਣੇ ਕੈਂਪ ਵਿੱਚ ਆ ਗਿਆ। ਜਦੋਂ ਇਹ ਖਬਰ ਸਰ ਮਾਈਕਲ ਉਡਵਾਇਰ ਨੂੰ ਪਹੁੰਚਾਈ ਗਈ ਤਾਂ ਉਸਨੇ ਇਸ ਕਾਰਵਾਈ ਦਾ ਸਮਰਥਨ ਕੀਤਾ। ਅੰਮ੍ਰਿਤਸਰ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਮਗਰੋਂ ਇਹ ਲਾਹੌਰ, ਗੁਜਰਾਂਵਾਲਾ, ਲੈਲਪੁਰ ਤੇ ਗੁਜਰਾਤ ਵਿੱਚ ਲਾਗੂ ਕਰ ਦਿੱਤਾ ਗਿਆ। ਪੰਜਾਬ ਵਿੱਚ ਮਾਰਸ਼ਲ ਲਾਅ। ਰੋਲਟ ਐਕਟ ਵਿਰੁੱਧ ਹੜਤਾਲ ਤੇ ਕਾਲੇ ਝੰਡਿਆਂ ਨਾਲ ਪੰਜਾਬ ਦੇ ਬਹੁਤ ਸ਼ਹਿਰਾਂ ਵਿੱਚ ਜਲੂਸ ਕੱਢੇ ਗਏ ਤੇ ਕਈ ਸ਼ਹਿਰਾਂ ਵਿੱਚ ਪੁਲਿਸ ਨੇ ਸ਼ਾਂਤਮਈ ਵਿਰੋਧ ਕਰਨ ਵਾਲਿਆਂ ਨੂੰ ਸਖਤੀ ਨਾਲ ਖੰਡਾ ਦਿੱਤਾ। ਜਲਿਆਂਵਾਲਾ ਬਾਗ ਦੀ ਘਟਨਾ ਮਗਰੋਂ ਵਿਖਾਵੇ ਬਹੁਤ ਹਿੰਸਕ ਰੂਪ ਧਾਰਨ ਕਰ ਗਏ। ਪੁਲ, ਡਾਕਖਾਨੇ ਤੇ ਹੋਰ ਜਨਤਕ ਥਾਵਾਂ ਸਾੜੀਆਂ ਗਈਆਂ, ਤਾਰਾਂ ਤੇ ਟੈਲੀਫੋਨ ਲਾਈਨਾਂ ਕੱਟ ਦਿੱਤੀਆਂ ਗਈਆਂ, ਰੇਲਵੇ ਪਟੜੀਆਂ ਉਖਾੜ ਦਿੱਤੀਆਂ ਗਈਆਂ ਤੇ ਮੋਹਰਿਆਂ ਤੇ ਹਮਲੇ ਕੀਤੇ ਗਏ। ਫੌਜ ਨੇ ਸ਼ਾਸਨ ਦਾ ਪ੍ਰਬੰਧ ਸੰਭਾਲ ਲਿਆ ਤੇ ਬਚਿਆ ਖੁਚਿਆ ਸਿਵਲ ਪ੍ਰਸ਼ਾਸਨ ਵੀ ਠੱਪ ਹੋ ਗਿਆ। ਜਨਰਲ ਡਾਇਰ ਦੀ ਅੰਮ੍ਰਿਤਸਰ ਵਿੱਚ ਕਾਰਵਾਈ ਨੇ ਸਾਰੇ ਪ੍ਰਾਂਤ ਲਈ ਡੈਰਾਰਕੀ, ਗੈਰ ਕਾਨੂੰਨੀ ਰਾਜ ਭਾਵ ਡਾਇਰਵਾਦ ਦੀ ਪ੍ਰਵਿਰਤੀ ਦਾ ਮੁੱਢ ਬੰਨ੍ਹ ਦਿੱਤਾ। ਉਸਨੇ ਸ਼ਹਿਰ ਦਾ ਪਾਣੀ ਤੇ ਬਿਜਲੀ ਬੰਦ ਕਰ ਦਿੱਤੀ। ਜਿਸ ਗਲੀ ਵਿੱਚ ਈਸਾਈ ਪਾਦਰੀ ਇਸਤਰੀ ਤੇ ਹਮਲਾ ਹੋਇਆ ਸੀ, ਉਸ ਗਲੀ ਵਿੱਚੋਂ ਗੁਜ਼ਰਨ ਵਾਲਿਆਂ ਨੂੰ ਰਿੰਗਣ ਲਈ ਮਜਬੂਰ ਕੀਤਾ ਗਿਆ। ਲੋਕਾਂ ਨੂੰ ਬਿਨਾਂ ਮੁਕੱਦਮੇ ਦੇ ਕੋੜੇ ਮਾਰੇ ਗਏ। ਯੂਰਪੀਨਾਂ ਤੋਂ ਬਿਨਾਂ ਬਾਕੀਆਂ ਦੇ ਸਾਈਕਲ, ਗੱਡੇ ਤੇ ਕਾਰਾਂ ਜ਼ਬਤ ਕਰ ਲਏ ਗਏ। ਵਕੀਲਾਂ ਨੂੰ ਜ਼ਬਰਦਸਤੀ ਸਿਪਾਹੀ ਭਰਤੀ ਕੀਤਾ ਗਿਆ ਤੇ ਗਲੀਆਂ ਤੇ ਪਹਿਰਾ ਦੇਣ ਲਈ ਲਾਇਆ ਗਿਆ। ਵਿਸ਼ੇਸ਼ ਅਦਾਲਤਾਂ ਕਾਇਮ ਕਰਕੇ 300 ਆਦਮੀਆਂ ਤੇ ਸੰਖੇਪ ਜਿਹੇ ਮੁਕੱਦਮੇ ਚਲਾ ਕੇ 30 ਨੂੰ ਫਾਂਸੀ ਲਾ ਦਿੱਤਾ ਗਿਆ ਤੇ ਸੈਂਕੜਿਆਂ ਹੋਰਾਂ ਨੂੰ ਲੰਮੀਆਂ ਸਜ਼ਾਵਾਂ ਦਿੱਤੀਆਂ ਗਈਆਂ। ਲਾਹੌਰ ਨੇ ਅੰਮ੍ਰਿਤਸਰ ਨਾਲੋਂ ਵੀ ਵਧੇਰੇ ਕਸ਼ਟ ਵੇਖੇ। ਫੌਜੀ ਪ੍ਰਬੰਧਕ ਨੇ ਦੁਕਾਨਦਾਰਾਂ ਨੂੰ ਹੁਕਮ ਦਿੱਤਾ ਕਿ ਉਹ ਦੁਕਾਨਾਂ ਖੋਲ੍ਹਣ, ਨਹੀਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ, ਤੇ ਫਿਰ ਉਹਨਾਂ ਦੇ ਗੋਦਾਮ ਮੁਫਤ ਹੀ ਜਨਤਾ ਵਿੱਚ ਵੰਡ ਦਿੱਤੇ। 2 ਤੋਂ ਵੱਧ ਆਦਮੀ ਇੱਧਰ ਉੱਧਰ ਨਹੀਂ ਜਾ ਸਕਦੇ ਸਨ। ਅੰਗਰੇਜ਼ ਸੈਨਿਕਾਂ ਲਈ ਬਿਜਲੀ ਦੇ ਪੱਖੇ ਤੇ ਬਿਜਲੀ ਦਾ ਹੋਰ ਸਮਾਨ ਜ਼ਬਰੀ ਲੈ ਗਿਆ।
ਬਾਦਸ਼ਾਹੀ ਮਸੀਤ ਜਿੱਥੇ ਜਲਸਾ ਹੋਇਆ ਸੀ, ਜੁੰਮੇ ਯਾਨੀ ਸ਼ੁੱਕਰਵਾਰ ਦੀ ਨਮਾਜ਼ ਤੋਂ ਬਿਨਾਂ ਬੰਦ ਕਰ ਦਿੱਤੀ ਗਈ। ਕਈ ਦਿਨ ਜਨਤਕ ਤੌਰ ਤੇ ਕੋੜੇ ਮਾਰੇ ਜਾਂਦੇ ਰਹੇ। ਪੜ੍ਹੇ ਲਿਖੇ ਵਰਗਾਂ ਤੇ ਖਾਸ ਨਜ਼ਰ ਰੱਖੀ ਗਈ। ਲਾਹੌਰ ਦੇ ਕਈ ਕਾਲਜਾਂ ਦੇ ਵਿਦਿਆਰਥੀਆਂ ਨੂੰ, ਜਿਨ੍ਹਾਂ ਵਿੱਚੋਂ ਕਈਆਂ ਦੇ ਕਾਲਜ 4 ਮੀਲ ਦੀ ਦੂਰੀ ਤੇ ਸਨ, 4 ਵਾਰ ਹਾਜ਼ਰੀ ਦੇਣ ਦਾ ਹੁਕਮ ਦਿੱਤਾ ਗਿਆ। ਕਸੂਰ, ਜਿੱਥੇ 2 ਅੰਗਰੇਜ਼ ਕਤਲ ਕਰ ਦਿੱਤੇ ਗਏ ਸਨ, ਨੂੰ ਸਮੂਹਕ ਜੁਰਮਾਨੇ ਲਾ ਕੇ ਤੇ ਸ਼ੱਕੀਆਂ ਨੂੰ ਕੋੜੇ ਮਾਰ ਕੇ ਸਜ਼ਾ ਦਿੱਤੀ ਗਈ। ਜਿਹੜਾ ਭਾਰਤੀ ਗੋਰੇ ਨੂੰ ਸਲਾਮ ਨਹੀਂ ਕਰਦਾ ਸੀ, ਉਸ ਨੂੰ ਜ਼ਮੀਨ ਤੇ ਨੱਕ ਰਗੜਨ ਲਈ ਮਜਬੂਰ ਕੀਤਾ ਜਾਂਦਾ। ਇੱਕ ਸਥਾਨਕ ਸ਼ਹਿਰ ਨੂੰ ਮਾਰਸ਼ਲ ਲਾ ਤੇ ਪ੍ਰਬੰਧਕ ਦੀ ਹਮਾਇਤ ਵਿੱਚ ਨਜ਼ਮ ਲਿਖਣ ਲਈ ਹੁਕਮ ਦਿੱਤਾ ਗਿਆ। ਜਨਤਾ ਦੇ ਮਨ ਵਿੱਚ ਡਰ ਪੈਦਾ ਕਰਨ ਲਈ ਸ਼ਰੇਆਮ ਸੂਲੀਆਂ ਗੱਡੀਆਂ ਗਈਆਂ। ਗੁਜਰਾਂਵਾਲਾ ਦੇ ਤੇ ਗੁਆਂਢ ਦੇ ਪਿੰਡਾਂ ਤੇ ਹਵਾਈ ਬੰਬਾਰੀ ਤੇ ਮਸ਼ੀਨ ਗੰਨਾਂ 'ਚੋਂ ਗੋਲਾਬਾਰੀ ਕੀਤੀ ਗਈ। ਇੱਕ ਨਿਸ਼ਾਨਾ ਖਾਲਸਾ ਹਾਈ ਸਕੂਲ ਗੁਜਰਾਂਵਾਲੇ ਤੇ ਲੱਗਾ, ਜਿਸ ਨਾਲ ਬਹੁਤ ਸਾਰੇ ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋਏ। ਹੋਰ ਥਾਵਾਂ ਜਿਨ੍ਹਾਂ ਨੂੰ ਪੰਜਾਬ ਵਿੱਚ ਮਾਰਸ਼ਲ ਲਾ ਪ੍ਰਬੰਧਕਾਂ ਵੱਲੋਂ ਕਸ਼ਟ ਭੋਗਣੇ ਪਏ, ਉਹਨਾਂ ਵਿੱਚ ਵਜ਼ੀਰਾਬਾਦ, ਨਿਜ਼ਾਮਾਬਾਦ, ਅਕਾਲਗੜ੍ਹ, ਰਾਮਨਗਰ, ਹਾਫਿਜ਼ਾਬਾਦ, ਸ਼ੇਖੂਪੁਰਾ, ਚੂੜਕਾਣਾ, ਸਾਂਗਲਾ, ਮੋਮਨ, ਮਾਨਿਆਵਾਲਾ, ਨਵਾਂ ਪਿੰਡ, ਜਲਾਲਪੁਰ ਜੱਟਾਂ ਸਿੱਖਾਂ ਦਾ ਪਿੰਡ, ਮਲਕਵਾਲ, ਲਾਇਲਪੁਰ, ਗੋਜਰਾ ਤੇ ਚੱਕ ਨੰਬਰ 149 ਸਿੱਖ ਜੱਟਾਂ ਦੀ ਨੌ ਆਬਾਦੀ ਤੇ ਗੁਜਰਾਤ ਸਨ। ਇਹਨਾਂ 7 ਹਫ਼ਤਿਆਂ ਵਿੱਚ ਜਦੋਂ ਪੰਜਾਬ ਮਾਰਸ਼ਲ ਲਾ ਦੇ ਪ੍ਰਬੰਧਕਾਂ ਦੇ ਹੱਥ ਸੀ, ਲਗਭਗ 1200 ਲੋਕ ਮਾਰੇ ਗਏ ਤੇ 3600 ਜ਼ਖਮੀ ਹੋਏ। ਜਲਿਆਂਵਾਲਾ ਤੇ ਮਾਰਸ਼ਲ ਲਾ ਦੇ ਪੰਜਾਬ ਉੱਪਰ ਪ੍ਰਭਾਵ ਬਾਰੇ ਅਤੀ ਉਕਤੀ ਕਰਨ ਦੀ ਲੋੜ ਨਹੀਂ। ਗਦਰ ਸਮੇਂ ਦੇ ਵਹਿਸ਼ੀ ਦਿਨਾਂ ਵਿਚਲੀ ਜ਼ਾਤੀ ਤਣਾਅ ਤੇ ਟਕਰਾਓ ਦੀ ਯਾਦ ਤਾਜ਼ਾ ਹੋ ਗਈ, ਜਦੋਂ ਗੋਰੇ ਹਰ ਕਾਲੇ ਨੂੰ ਆਪਣਾ ਵੈਰੀ ਸਮਝਦੇ ਸਨ। ਉਹ ਲੋਕ ਜਿਨ੍ਹਾਂ ਦੀ ਵਫਾਦਾਰੀ ਤੇ ਕੋਈ ਸ਼ੱਕ ਨਹੀਂ ਸੀ ਤੇ ਜਿਨ੍ਹਾਂ ਨੇ ਫੌਜ ਵਿੱਚ ਨੌਕਰੀ ਕੀਤੀ ਸੀ, ਉਹਨਾਂ ਤੇ ਵੀ ਜ਼ਾਤੀਆਂ ਕੀਤੀਆਂ ਗਈਆਂ। ਸਰ ਮਾਈਕਲ ਉਡਵਾਇਰ, ਜਿਹੜਾ ਦਾਅਵਾ ਕਰਦਾ ਸੀ ਕਿ ਉਸਨੇ ਸਾਮਰਾਜ ਨੂੰ ਬਚਾ ਲਿਆ ਸੀ, ਉਸਨੇ ਸਾਰੇ ਭਾਰਤੀਆਂ ਸਮੇਤ ਪੱਕੇ ਸਮਰਥਕ ਸਿੱਖਾਂ ਨੂੰ ਨਾਰਾਜ਼ ਕਰਕੇ ਸਾਮਰਾਜ ਨੂੰ ਸਖਤ ਹਾਨੀ ਪਹੁੰਚਾਈ। ਜਨਰਲ ਡਾਇਰ ਨੇ ਸਿੱਖਾਂ ਦਾ ਮਨ ਜਿੱਤਣ ਦੀ ਪੂਰੀ ਵਾਹ ਲਾਈ। ਉਸਨੇ ਸਵਰਨ ਮੰਦਰ ਦੇ ਪ੍ਰਬੰਧਕ ਯਾਨੀ ਸਰਬਰਾਹ ਤੇ ਸੁੰਦਰ ਸਿੰਘ ਮਜੀਠੀਆ ਨੂੰ ਬੁਲਾਇਆ ਤੇ ਉਹਨਾਂ ਨੂੰ ਸਰਕਾਰ ਦੇ ਹੱਕ ਵਿੱਚ ਆਪਣਾ ਅਸਰ ਰਸੂਖ ਵਰਤਣ ਲਈ ਆਖਿਆ। ਉਸਨੇ ਸਿੱਖਾਂ ਦੇ ਪਿੰਡਾਂ ਵਿੱਚ ਗਸ਼ਤੀ ਦਲ ਸਿੱਖਾਂ ਨੂੰ ਸ਼ਰਾਰਤੀਆਂ ਦੇ ਪ੍ਰਭਾਵ ਤੋਂ ਦੂਰ ਰੱਖਣ ਲਈ ਤੇ ਇਹ ਸਾਬਤ ਕਰਨ ਲਈ ਭੇਜੇ ਕਿ ਸਰਕਾਰ ਅਜੇ ਵੀ ਬਹੁਤ ਸ਼ਕਤੀਸ਼ਾਲੀ ਸੀ। ਸਵਰਨ ਮੰਦਰ ਦੇ ਪੁਜਾਰੀਆਂ ਨੇ ਜਨਰਲ ਨੂੰ ਪਵਿੱਤਰ ਗੁਰਦੁਆਰੇ ਵਿੱਚ ਬੁਲਾਇਆ ਤੇ ਉਸ ਨੂੰ ਸਰੋਪਾ ਯਾਨੀ ਦਸਤਾਰ ਤੇ ਕਿਰਪਾਨ ਭੇਂਟ ਕੀਤੀ। ਮਹਾਤਮਾ ਗਾਂਧੀ ਨੇ ਮਗਰੋਂ ਜਲਿਆਂਵਾਲਾ ਬਾਗ ਤੇ ਉਹਨਾਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਫੌਜ ਤੇ ਪੁਲਿਸ ਨੇ ਜ਼ੁਲਮ ਢਾਏ ਸਨ। ਉਸਨੇ ਵਿਸ਼ਾਲ ਹਜ਼ੂਮਾਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਦੇਸ਼ ਭਗਤ ਦਾ ਸਭ ਤੋਂ ਵੱਡਾ ਗੁਣ ਨਿਰਭੈ ਹੋਣਾ ਹੈ। ਉਹਦੀ ਪ੍ਰੇਰਨਾ ਨਾਲ ਇੱਕ ਨਵੀਂ ਸੰਸਥਾ ਸੈਂਟਰਲ ਸਿੱਖ ਲੀਗ ਕਾਇਮ ਹੋ ਗਈ, ਜੋ ਰਾਸ਼ਟਰਵਾਦੀ ਸਿੱਖਾਂ ਉੱਪਰ ਆਧਾਰਿਤ ਸੀ ਤੇ ਚੀਫ ਖਾਲਸਾ ਦੀਵਾਨ ਵਾਲਿਆਂ ਦੀ ਅੰਗਰੇਜ਼ਾਂ ਦੀ ਚਾਪਲੂਸੀ ਤੇ ਚਮਚਾਗਿਰੀ ਦੇ ਵਿਰੁੱਧ ਸੀ। ਬਾਕੀ ਅਗਲੇ ਹਿੱਸੇ ਵਿੱਚ।